ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ। ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਿਹਾਲੀਅਨ। ਹਰ ਚੰਦੌਰੀ ਝਾਤ ਵਸਾਏ ਉਚਾਲੀਅਨ, ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਅਨ। ਇਹਦੇ ਵਿੱਚ ਭਾਈ ਸਾਹਿਬ ਨੇ ਬਹੁਤ ਸੋਹਣਾ ਖੁਲਾਸਾ ਬੜੇ ਸੋਹਣੇ ਢੰਗ ਨਾਲ ਉਦਾਹਰਨਾਂ ਦੇ ਦੇ ਕੇ ਸਮਝਾਇਆ ਹੈ। ਆਪਾਂ ਅਕਸਰ ਇਹ ਵੇਖਦੇ ਹਾਂ ਕਿ ਦੀਵਾਲੀ ਦਾ ਜਿਹੜਾ ਦਿਹਾੜਾ ਆਪਾਂ ਮਨਾਉਂਦੇ ਹਾਂ, ਇਹ ਸਿਰਫ ਤੇ ਸਿਰਫ ਮੱਸਿਆ ਵਾਲੇ ਦਿਨ ਹੀ ਮਨਾਇਆ ਜਾਂਦਾ ਹੈ। ਮੱਸਿਆ ਵਾਲੇ ਦਿਨ ਖਾਸ ਤੌਰ 'ਤੇ ਕਿਉਂ ਮਨਾਇਆ ਜਾਂਦਾ ਹੈ? ਕਿਉਂਕਿ ਇਹ ਪੁਰਾਤਨ ਵਿਚਾਰ ਹੈ ਕਿ ਮੱਸਿਆ ਵਾਲੇ ਦਿਨ ਜਿਹੜੀ ਰਾਤ ਪੈਂਦੀ ਹੈ, ਉਹ ਰਾਤ ਬਹੁਤ ਹਨੇਰੀ ਕਾਲੇ ਰੰਗ ਦੀ ਰਾਤ ਹੁੰਦੀ ਹੈ, ਕਾਲੇ ਰੰਗ ਦੀ ਰਾਤ। ਤੇ ਰਾਤ ਦੇ ਹਨੇਰੇ ਵਿੱਚ ਆਪਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ। ਹਨੇਰਾ ਤੇ ਹਨੇਰਾ ਹੀ ਹੈ ਨਾ। ਹਨੇਰੇ ਵਿੱਚ ਸਾਨੂੰ ਕੁਝ ਨਜ਼ਰ ਨਹੀਂ ਆਵੇਗਾ, ਹਨੇਰੇ ਵਿੱਚ ਸਾਨੂੰ ਕੁਝ ਪ੍ਰਾਪਤ ਨਹੀਂ ਹੋਵੇਗਾ। ਹਨੇਰਾ ਦੁੱਖ ਦਾ ਨਾਮ ਹੈ। ਹਨੇਰਾ ਕੀ ਹੈ? ਅਗਿਆਨ। ਹਨੇਰੇ ਵਿੱਚ ਨਾ ਕੁਝ ਪ੍ਰਾਪਤੀ ਹੈ, ਹਨੇਰੇ ਵਿੱਚ ਕੁਝ ਦਿਸਦਾ ਨਹੀਂ, ਹਨੇਰੇ ਵਿੱਚ ਸਾਨੂੰ ਸੁੱਖ ਨਹੀਂ ਮਿਲ ਸਕਦਾ। ਹਨੇਰਾ ਅਗਿਆਨ ਦਾ ਨਾਮ ਹੈ, ਅਗਿਆਨ ਦੁੱਖ ਦਾ ਨਾਮ ਹੈ। ਜਿਸ ਬਾਬਤ ਗੁਰੂ ਸਾਹਿਬ ਨੇ ਬਾਣੀ ਵਿੱਚ ਆਖਿਆ ਹੈ, ਹੋ ਭਾਲ ਵੇਕੁੰਨੀ ਹੋਈ, ਅੰਧੇਰੇ ਰਾਹੋਂ ਨਾ ਕੋਈ। ਵੇਖੋ, ਜੇ ਕੋਈ ਆਪਾਂ ਚੀਜ਼ ਲੱਭਣੀ ਹੋਵੇ, ਕੋਈ ਵਸਤੂ ਲੱਭਣੀ ਹੋਵੇ, ਤੇ ਸਾਨੂੰ ਹਨੇਰੇ ਵਿੱਚ ਕੋਈ ਰਸਤਾ ਨਹੀਂ ਮਿਲੇਗਾ। ਹੋ ਭਾਲ ਵੇਕੁੰਨੀ ਹੋਈ, ਜਿੰਨੀ ਮਰਜ਼ੀ ਭਾਲ ਕਰ ਲਈਏ, ਅੰਧੇਰੇ ਰਾਹੋਂ ਨਾ ਕੋਈ। ਅੰਧੇਰੇ ਵਿੱਚ ਹਨੇਰੇ ਵਿੱਚ ਕੋਈ ਰਾਹ ਨਹੀਂ ਲੱਭਦਾ। ਇਸ ਲਈ ਸਾਹਿਬ ਨੇ ਬਾਣੀ ਵਿੱਚ ਆਖਿਆ, ਸਗਲੀ ਰੈਣ ਗੁਦਰੀ ਅੰਧਿਆਰੀ, ਸੇਵ ਸਤਿਗੁਰ ਚਾਨਣ ਹੋਏ। ਹਨੇਰੇ ਵਿੱਚ ਸਾਨੂੰ ਕੁਝ ਪ੍ਰਾਪਤ ਨਹੀਂ ਹੁੰਦਾ। ਕੋਈ ਵੀ ਚੀਜ਼ ਆਪਾਂ ਲੱਭਣੀ ਹੋਵੇ, ਸਾਨੂੰ ਹਨੇਰੇ ਵਿੱਚੋਂ ਨਹੀਂ ਲੱਭੇਗੀ। ਤੇ ਸਾਹਿਬ ਨੇ ਆਖਿਆ, ਜੀਵਨ ਜਿਹੜਾ ਹੈ ਨਾ, ਸਾਡਾ ਜਿਹੜਾ ਜੀਵਨ ਹੈ, ਜਨਮ ਤੋਂ ਲੈ ਕੇ ਮਰਨ ਤੱਕ ਸਾਰਾ ਜੀਵਨ ਹਨੇਰੇ ਦੇ ਵਿੱਚ ਹੀ ਲੰਘਦਾ ਹੈ। ਸਗਲੀ ਰੈਣ ਗੁਦਰੀ ਅੰਧਿਆਰੀ, ਸਾਡਾ ਸਾਰਾ ਜੀਵਨ ਹਨੇਰੇ ਵਿੱਚ ਅਗਿਆਨ ਦੇ ਵਿੱਚ ਹੀ ਲੰਘਦਾ ਹੈ। ਅਸੀਂ ਜਿਹੜੀ ਚੀਜ਼ ਲੱਭਦੇ ਹਾਂ, ਉਹ ਸਾਨੂੰ ਮਿਲਦੀ ਨਹੀਂ। ਕੀ ਲੱਭਦੇ ਹਾਂ ਅਸੀਂ? ਅਸੀਂ ਸੁੱਖ ਲੱਭਦੇ ਹਾਂ, ਅਸੀਂ ਆਨੰਦ ਲੱਭਦੇ ਹਾਂ। ਆਨੰਦ ਅਤੇ ਪੂਰਨ ਸੁੱਖ ਕੌਣ ਹੈ? ਉਹ ਹੈ ਪਰਮੇਸ਼ਰ। ਤੇ ਜਿੰਨੇ ਸਮੇਂ ਤੱਕ ਪਰਮੇਸ਼ਰ ਨਹੀਂ ਮਿਲ ਜਾਂਦਾ, ਮਾਲਕ ਦੀ ਪ੍ਰਾਪਤੀ ਨਹੀਂ, ਸਾਨੂੰ ਸੁੱਖ ਨਹੀਂ ਮਿਲੇਗਾ। ਇਸ ਲਈ ਹਨੇਰੇ ਵਿੱਚੋਂ ਉਸ ਮਾਲਕ ਨੂੰ ਲੱਭੀਏ ਕਿਸ ਤਰ੍ਹਾਂ? ਜੋ ਚੀਜ਼ ਅਸੀਂ ਲੱਭਦੇ ਹਾਂ, ਜੋ ਨਾਮ ਅਸੀਂ ਲੱਭਦੇ ਹਾਂ, ਜੋ ਆਨੰਦ ਅਸੀਂ ਭਾਲਦੇ ਹਾਂ, ਉਹ ਮਿਲੇ ਕਿਸ ਤਰ੍ਹਾਂ? ਇਸ ਲਈ ਪਾਤਸ਼ਾਹ ਨੇ ਆਖਿਆ, ਚਾਨਣ ਦੀ ਲੋੜ ਹੈ। ਜੇ ਤੁਹਾਡੇ ਕੋਲ ਦੀਵਾ ਹੋਵੇਗਾ, ਪ੍ਰਕਾਸ਼ ਚਾਨਣ ਹੋਵੇਗਾ, ਜੋ ਸੁੱਖ ਜੋ ਆਨੰਦ ਤੁਸੀਂ ਭਾਲਦੇ ਹੋ, ਉਹ ਆਪ ਨੂੰ ਪ੍ਰਾਪਤ ਹੋਵੇਗਾ। ਇਸ ਲਈ ਲਾਜ਼ਮੀ ਹੈ ਕਿ ਦੀਵਾਲੀ ਵਾਲੇ ਦਿਨ ਆਪਾਂ ਰਾਤ ਨੂੰ ਦੀਵੇ ਬਾਲਦੇ ਹਾਂ, ਕਿਉਂਕਿ ਜਦੋਂ ਦੀਵਾ ਬਾਲਦੇ ਹਾਂ ਤੇ ਰਾਤ ਦਾ ਹਨੇਰਾ ਕੱਟਿਆ ਜਾਂਦਾ ਹੈ ਤੇ ਸਾਰੇ ਪਾਸੇ ਘਰ ਦੇ ਵਿੱਚ ਚਾਨਣ ਪ੍ਰਕਾਸ਼ ਹੀ ਪ੍ਰਕਾਸ਼ ਫੈਲ ਜਾਂਦਾ ਹੈ। ਹੁਣ ਇਹਦਾ ਅੰਤਰਮੁਖੀ ਭਾਵ ਸਮਝੀਏ। ਸਾਹਿਬ ਨੇ ਆਖਿਆ ਕਿ ਸਾਡੇ ਜੀਵਨ ਦੇ ਵਿੱਚ, ਸਾਡੇ ਅੰਤਸ਼ਕਰਨ, ਸਾਡੇ ਮਨ ਦੇ ਵਿੱਚ ਵੀ ਕਈ ਜਨਮਾਂ ਦਾ ਹਨੇਰਾ ਹੈ। ਅਸੀਂ ਇਸ ਹਨੇਰੇ ਵਿੱਚੋਂ ਮਾਲਕ ਨੂੰ ਪਾਉਣਾ ਚਾਹੁੰਦੇ ਹਾਂ, ਉਹਦੀ ਖੁਸ਼ੀ ਲੈਣਾ ਚਾਹੁੰਦੇ ਹਾਂ। ਸੰਸਾਰ ਵਿੱਚ ਕੋਈ ਟਾਵਾਂ ਹੀ ਹੈ ਮਨੁੱਖ ਜਿਹੜਾ ਪਰਮੇਸ਼ਰ ਨੂੰ ਨਹੀਂ ਪਾਉਣਾ ਚਾਹੁੰਦਾ,
ਲਗਭਗ ਸਾਰੇ ਉਹਨੂੰ ਪਾਉਣਾ ਚਾਹੁੰਦੇ ਹਨ, ਸਾਰੇ ਉਹਦੇ ਕੋਲੋਂ ਮੰਗਦੇ ਹਨ, ਸਾਰੇ ਪਰਮੇਸ਼ਰ ਕੋਲੋਂ ਮੰਗਦੇ ਹਨ, ਉਹਨੂੰ ਪਾਉਣਾ ਚਾਹੁੰਦੇ ਹਨ, ਪਰ ਉਹ ਮਿਲਦਾ ਨਹੀਂ। ਉਂਝ ਤਾਂ ਸਾਰੇ ਆਖਦੇ ਹਨ ਕਿ ਰੱਬ ਸਾਡੇ ਅੰਦਰ ਹੈ, ਜੇ ਅੰਦਰ ਹੈ ਤੇ ਫਿਰ ਦਿਸਦਾ ਨਹੀਂ, ਫਿਰ ਉਹ ਮਿਲਦਾ ਨਹੀਂ, ਮਿਲੇਗਾ ਨਹੀਂ। ਕਿਉਂਕਿ ਅੰਦਰ ਹਨੇਰਾ ਹੈ ਤੇ ਉਹਨੂੰ ਲੱਭਣ ਵਾਸਤੇ, ਉਹਨੂੰ ਪਾਉਣ ਵਾਸਤੇ, ਉਹਦੀ ਪ੍ਰਾਪਤੀ ਵਾਸਤੇ ਚਾਨਣ ਦੀ ਲੋੜ ਹੈ। ਇਸ ਲਈ ਸਾਹਿਬ ਨੇ ਆਖਿਆ, ਸਗਲੀ ਰਹਿਣ ਗੁਦਰੀ ਅੰਧਿਆਰੀ, ਸੇਵ ਸਤਿਗੁਰ ਚਾਨਣ ਹੋਏ। ਇੱਕੋ ਸਾਧਨ ਹੈ, ਉਹ ਸਾਧਨ ਸਤਿਗੁਰੂ ਹੈ। ਜੇ ਅਸੀਂ ਆਪਣੇ ਸਤਿਗੁਰ ਦੇ ਕੋਲ ਆ ਜਾਈਏ, ਸਤਿਗੁਰੂ ਇਸ ਹਨੇਰੇ ਨੂੰ ਕੱਟ ਸਕਦਾ ਹੈ। ਸਤਿਗੁਰੂ ਇਸ ਹਨੇਰੇ ਨੂੰ ਦੂਰ ਕਰਕੇ ਤੇ ਤੇਰੇ ਅੰਤਸ਼ਕਰਨ ਦੇ ਵਿੱਚ, ਤੇਰੇ ਮਨ ਦੇ ਵਿੱਚ ਨਾਮ ਦਾ ਚਾਨਣ ਕਰ ਦੇਣਗੇ। ਚਾਨਣ ਸਤਿਗੁਰੂ ਕਿਹੜੇ ਢੰਗ ਨਾਲ ਕਰਦੇ ਹਨ? ਸ਼੍ਰੀ ਰਾਗ ਦੇ ਵਿੱਚ ਸਾਹਿਬ ਜੀ ਨੇ ਖੁਲਾਸਾ ਕੀਤਾ ਹੈ, ਪੋਥੀ ਪੁਰਾਣ ਕਮਾਈਐ, ਭੋ ਵਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤੋ ਮਿਲੈ। ਸਤਿਗੁਰ ਨੇ ਆਖਿਆ, ਜੇ ਤੁਸੀਂ ਸੱਚਮੁੱਚ ਹੀ ਮਾਲਕ ਨੂੰ ਵੇਖਣਾ ਚਾਹੁੰਦੇ ਹੋ, ਜੇ ਤੁਸੀਂ ਉਹਦੇ ਘਰ ਜਾਣਾ ਚਾਹੁੰਦੇ ਹੋ, ਉਸ ਬ੍ਰਹਮ ਪਰਮੇਸ਼ਰ ਵਾਹਿਗੁਰੂ ਓਅੰਕਾਰ ਨੂੰ ਆਪਣੇ ਅੰਦਰੋਂ ਪਾਉਣਾ ਚਾਹੁੰਦੇ ਹੋ, ਫਿਰ ਤੁਹਾਨੂੰ ਗੁਰੂ ਦੀ ਬਾਣੀ ਪੜ੍ਹਨੀ ਪਵੇਗੀ। ਗੁਰੂ ਸਾਹਿਬ ਨੇ ਜੋ ਤੁਹਾਨੂੰ ਇਹ ਪੋਥੀ ਲਿਖ ਕੇ ਦਿੱਤੀ ਹੈ, ਜੋ ਇਹ ਗ੍ਰੰਥ ਲਿਖ ਕੇ ਦਿੱਤਾ ਹੈ, ਪੋਥੀ ਪੁਰਾਣ ਕਮਾਈਐ, ਤੁਸੀਂ ਇਸ ਪੋਥੀ ਨੂੰ, ਇਸ ਗ੍ਰੰਥ ਨੂੰ, ਇਸ ਬਾਣੀ ਨੂੰ ਪੜ੍ਹੋ। ਜਦੋਂ ਤੁਸੀਂ ਬਾਣੀ ਪੜ੍ਹੋਗੇ, ਆਪ ਅਸੀਂ ਪੜ੍ਹਾਉਂਦੇ ਹਾਂ ਦੂਜਿਆਂ ਦੇ ਕੋਲੋਂ, ਨਹੀਂ, ਆਪ ਪੜ੍ਹੋ। ਸਾਹਿਬ ਨੇ ਆਖਿਆ, ਪੋਥੀ ਪੁਰਾਣ ਕਮਾਈਐ, ਕਮਾਈ ਦਾ ਅਰਥ ਬਣਦਾ ਹੈ ਆਪ ਕਮਾਈ ਕਰਨੀ। ਹੁਣ ਜੇ ਅਸੀਂ ਆਖੀਏ ਕਿ ਰੋਟੀ ਕੋਈ ਦੂਜਾ ਖਾਵੇ ਤੇ ਭੁੱਖ ਮੇਰੀ ਦੂਰ ਹੋ ਜਾਵੇ, ਇਸ ਤਰ੍ਹਾਂ ਨਹੀਂ ਹੋ ਸਕਦਾ। ਜਿਹਨੂੰ ਭੁੱਖ ਲੱਗੀ ਹੈ ਉਹ ਰੋਟੀ ਖਾਵੇਗਾ, ਉਹਦਾ ਪੇਟ ਭਰੇਗਾ। ਜੇ ਭੁੱਖ ਲੱਗੀ ਹੈ ਮੈਨੂੰ ਤੇ ਰੋਟੀ ਕੋਈ ਦੂਜਾ ਖਾਵੇ, ਉਹਦੀ ਕੋਈ ਭੁੱਖ ਨਹੀਂ ਦੂਰ ਕਰ ਸਕਦਾ। ਭੁੱਖ ਨੂੰ ਦੂਰ ਕਰਨ ਵਾਸਤੇ ਆਪ ਰੋਟੀ ਖਾਣੀ ਪਵੇਗੀ। ਇਸੇ ਤਰ੍ਹਾਂ ਜੇ ਅਸੀਂ ਉਸ ਮਾਲਕ ਨੂੰ ਪਾਉਣਾ ਚਾਹੁੰਦੇ ਹਾਂ, ਉਹਦੀ ਸੱਚਮੁੱਚ ਹੀ ਖੁਸ਼ੀ ਲੈਣਾ ਚਾਹੁੰਦੇ ਹਾਂ, ਤੇ ਫਿਰ ਦੂਜਿਆਂ ਦਾ ਸਹਾਰਾ ਛੱਡ ਕੇ ਆਪ ਬਾਣੀ ਪੜ੍ਹੀਏ, ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰੀਏ, ਆਪ ਇਹਦੀ ਕਮਾਈ ਕਰੀਏ। ਸਾਹਿਬ ਨੇ ਬਾਣੀ ਵਿੱਚ ਆਖਿਆ, ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਜੋ ਸਾਹਿਬ ਸਾਨੂੰ ਇਹ ਬਾਣੀ ਦਾ ਅਮੋਲਕ ਖਜ਼ਾਨਾ ਦੇ ਕੇ ਗਏ ਹਨ, ਤੁਸੀਂ ਇਸ ਖਜ਼ਾਨੇ ਨੂੰ ਖੋਲ੍ਹੋ, ਇਹਨੂੰ ਪੜ੍ਹੋ, ਇਹਨੂੰ ਵਰਤੋ, ਇਹਦੀ ਕਮਾਈ ਕਰੋ, ਇਹਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਲਵੋ। ਇਸ ਲਈ ਸਾਹਿਬ ਨੇ ਆਖਿਆ, ਪੋਥੀ ਪੁਰਾਣ ਕਮਾਈਐ, ਭੋ ਵਟੀ ਇਤ ਤਨ ਲਾਈਐ। ਜਦੋਂ ਤੁਸੀਂ ਬਾਣੀ ਨੂੰ ਪੜ੍ਹੋਗੇ, ਬਾਣੀ ਨੂੰ ਪੜ੍ਹਨਾ ਹੈ ਪ੍ਰੇਮ ਦੇ ਨਾਲ। ਅਸੀਂ ਪੜ੍ਹਦੇ ਹਾਂ ਟਾਰਗੇਟ ਲਾ ਕੇ ਕਿ ਇੰਨੇ ਸਮੇਂ ਵਿੱਚ ਪੂਰਾ ਕਰਨਾ ਹੈ, ਇੰਨੇ ਸਮੇਂ ਵਿੱਚ ਭੋਗ ਪਾਉਣਾ ਹੈ, ਪਰ ਨਹੀਂ, ਬਾਣੀ ਨੂੰ ਪੜ੍ਹਨ ਦਾ ਜਿਹੜਾ ਹੁਕਮ ਹੈ, ਉਹ ਹੁਕਮ ਹੈ ਪ੍ਰੇਮ। ਭੋ ਵਟੀ ਇਤ ਤਨ ਲਾਈਐ। ਜਿਸ ਤਰ੍ਹਾਂ ਆਪਾਂ ਦੀਵਾ ਨਹੀਂ ਬਾਲਦੇ, ਦੀਵੇ ਦੇ ਵਿੱਚ ਤੇਲ ਪਾਉਂਦੇ ਹਾਂ, ਉਹਦੇ ਵਿੱਚ ਰੂੰ ਦੀ ਵੱਟੀ ਬਣਾ ਕੇ ਰੱਖ ਦਿੰਦੇ ਹਾਂ, ਫਿਰ ਉਹਨੂੰ ਅੱਗ ਬਾਲਦੇ ਹਾਂ। ਜਦੋਂ ਅੱਗ ਲਾ ਦਈਦੀ ਹੈ ਤੇ ਦੀਵੇ ਦੇ ਵਿੱਚ ਪ੍ਰਕਾਸ਼ ਚਾਨਣ ਹੋ ਜਾਂਦਾ ਹੈ। ਉਸ ਚਾਨਣ ਦੇ ਸਹਾਰੇ ਨਾਲ ਆਪਾਂ ਉਹ ਵਸਤ ਲੱਭ ਲੈਂਦੇ ਹਾਂ ਜੋ ਵਸਤ ਅਸੀਂ ਪਾਉਣਾ ਚਾਹੁੰਦੇ ਹਾਂ। ਇਸ ਲਈ ਸਾਹਿਬ ਨੇ ਆਖਿਆ, ਮਾਲਕ ਵੀ ਇਸੇ ਤਰ੍ਹਾਂ ਹੀ ਮਿਲਦਾ ਹੈ। ਫਰਕ ਇਤਨਾ ਹੈ ਕਿ ਜੋ ਅਸੀਂ ਬਾਹਰ ਦੀਵਾ ਬਾਲਦੇ ਹਾਂ ਨਾ, ਦੀਵਾਲੀ ਦੀ ਰਾਤ ਦੀਵੇ ਬਾਲੀਏ, ਜੋ ਆਪਾਂ ਦੀਵਾਲੀ ਵਾਲੀ ਰਾਤ ਜਾਂ ਉਂਝ ਵੀ ਆਪਾਂ ਘਰ ਵਿੱਚ ਦੀਵਾ ਬਾਲਦੇ ਹਾਂ, ਉਹ ਓਨੇ ਸਮੇਂ ਤੱਕ ਹੀ ਹੈ ਜਿੰਨੇ ਸਮੇਂ ਤੱਕ ਉਹਦੇ ਵਿੱਚ ਤੇਲ ਹੈ। ਜਦੋਂ ਤੇਲ ਖਤਮ ਹੋ ਗਿਆ
ਦੀਵਾ ਬੁਝ ਜਾਵੇਗਾ। ਜਾਂ ਕੋਈ ਹਨੇਰੀ, ਕੋਈ ਹਵਾ ਆ ਗਈ, ਦੀਵਾ ਬੁਝ ਜਾਵੇਗਾ। ਪਰ ਅੰਦਰ ਦਾ ਜਿਹੜਾ ਦੀਵਾ ਹੈ ਉਹ ਬਿਨਾਂ ਤੇਲ ਤੋਂ ਜਗਦਾ ਹੈ। ਉੱਥੇ ਕੋਈ ਵੱਟੀ ਦੀ ਲੋੜ ਨਹੀਂ, ਉੱਥੇ ਕੋਈ ਰੂੰ ਦੀ ਵੱਟੀ ਨਹੀਂ ਬਣਦੀ। ਉੱਥੇ ਸਿਰਫ ਪ੍ਰੇਮ ਦਾ ਦੀਵਾ, ਪ੍ਰੇਮ ਦੀ ਵੱਟੀ ਬਣਦੀ ਹੈ। ਇਸ ਲਈ ਸਾਹਿਬ ਨੇ ਆਖਿਆ, ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ। ਇਸ ਲਈ ਪ੍ਰੇਮ ਦੇ ਨਾਲ ਬਾਣੀ ਜਦੋਂ ਪੜ੍ਹਾਂਗੇ, ਸ਼ਰਧਾ ਭਾਵਨੀ ਅਤਿ ਜ਼ਰੂਰੀ ਹੈ। ਜਦੋਂ ਪ੍ਰੇਮ ਦੇ ਵਿੱਚ ਆ ਕੇ ਬਾਣੀ ਨੂੰ ਪੜ੍ਹਾਂਗੇ, ਉਹ ਪ੍ਰੇਮ ਦੀ ਬਣ ਜਾਣੀ ਹੈ ਵੱਟੀ। ਫਿਰ ਆਖਿਆ, ਸੱਚ ਬੂਝਣ ਆਣ ਜਲਾਈਐ। ਜਦੋਂ ਅਸੀਂ ਬਾਣੀ ਨੂੰ ਪੜ੍ਹਾਂਗੇ ਨਾ, ਸਹਿਜ ਦੇ ਨਾਲ, ਸਹਿਜ ਧਾਰੀ ਬਣ ਕੇ ਪ੍ਰੇਮ ਦੇ ਨਾਲ, ਬੈਰਾਗ ਦੇ ਵਿੱਚ ਆ ਕੇ ਜਦੋਂ ਬਾਣੀ ਪੜ੍ਹਾਂਗੇ, ਕੱਲੇ ਕੱਲੇ ਅੱਖਰ ਨੂੰ ਪੜ੍ਹਾਂਗੇ, ਇਹਦੀ ਵਿਚਾਰ ਕਰਕੇ ਪੜ੍ਹਾਂਗੇ, ਫਿਰ ਸਾਨੂੰ ਇਹਦੇ ਵਿੱਚੋਂ ਸੱਚ ਦੀ ਪਹਿਚਾਣ ਹੋਵੇਗੀ। ਸੱਚ ਕੀ ਹੈ, ਝੂਠ ਕੀ ਹੈ। ਸਾਹਿਬ ਨੇ ਬਾਣੀ ਵਿੱਚ ਆਖਿਆ, ਸਾਚੀ ਬਾਣੀ ਸੂਚਾ ਹੋਏ, ਗੁਣ ਤੇ ਨਾਮ ਪ੍ਰਾਪਤ ਹੋਏ। ਸੱਚ ਦੀ ਭਾਲ ਹੋਵੇ ਕਿਸ ਤਰ੍ਹਾਂ, ਬਾਣੀ ਨੂੰ ਪੜ੍ਹ ਕੇ। ਬਾਣੀ ਦੇ ਵਿੱਚ ਬ੍ਰਹਮ ਦਾ ਨਾਮ ਤੇ ਬ੍ਰਹਮ ਦੇ ਗੁਣ ਦੋਵੇਂ ਦੱਸੇ ਗਏ ਹਨ। ਜਦੋਂ ਬ੍ਰਹਮ ਦੇ ਨਾਮ ਤੇ ਉਹਦੇ ਗੁਣਾਂ ਨਾਲ ਅਸੀਂ ਜੁੜ ਜਾਵਾਂਗੇ, ਸਿਰਫ ਇਸੇ ਢੰਗ ਦੇ ਨਾਲ ਅੰਦਰ ਹੋਵੇਗਾ ਪ੍ਰਕਾਸ਼ ਤੇ ਮਾਲਕ ਮਿਲ ਜਾਵੇਗਾ। ਹੁਣ ਬਾਣੀ ਤੇ ਪੜ੍ਹੀ ਹੈ ਆਪਾਂ, ਇਸ ਬਾਣੀ ਵਿੱਚੋਂ ਬ੍ਰਹਮ ਦੇ ਗੁਣ ਤੇ ਉਹਦੇ ਨਾਮ ਦੀ ਖੋਜ ਕਰਨੀ ਹੈ। ਇਸ ਲਈ ਪਾਤਸ਼ਾਹ ਨੇ ਆਖਿਆ, ਸਾਚੀ ਬਾਣੀ ਸੂਚਾ ਹੋਏ। ਬਾਣੀ ਸੱਚੀ ਹੈ, ਇੱਕਦਮ ਸੁੱਚਮ ਹੈ ਬਾਣੀ। ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਹੀਂ, ਇਹਦੇ ਵਿੱਚ ਕੋਈ ਮੈਲ ਨਹੀਂ ਹੈ, ਇਹਦੇ ਵਿੱਚ ਕੋਈ ਕਮੀ ਨਹੀਂ, ਇਹਦੇ ਵਿੱਚ ਕੋਈ ਵਾਦ ਘਾਟ ਨਹੀਂ ਹੈ। ਇਹਦੇ ਵਿੱਚ ਸਿਰਫ ਬ੍ਰਹਮ ਪਰਮੇਸ਼ਰ ਦੀ ਹੀ ਵਿਚਾਰ ਕੀਤੀ ਗਈ ਹੈ। ਇਹਦੇ ਵਿੱਚ ਕਿਸੇ ਅਵਤਾਰੀ ਪੁਰਖ ਦੀ ਕਥਾ ਕਹਾਣੀ ਨਹੀਂ ਲਿਖੀ। ਇਹਦੇ ਵਿੱਚ ਸਿਰਫ ਤੇ ਸਿਰਫ ਉਸ ਪਰਮੇਸ਼ਰ ਦੀ ਹੀ ਵਿਚਾਰ ਹੀ ਕੀਤੀ ਗਈ ਹੈ। ਇਹਦੇ ਵਿੱਚ ਸਾਖੀਆਂ ਜਾਂ ਕੋਈ ਗੁਰ ਇਤਿਹਾਸ ਨਹੀਂ ਲਿਖਿਆ, ਇਹਦੇ ਵਿੱਚ ਕੋਈ ਕਹਾਣੀਆਂ ਨਹੀਂ ਲਿਖੀਆਂ। ਇਹਦੇ ਵਿੱਚ ਸਿਰਫ ਤੇ ਸਿਰਫ ਬ੍ਰਹਮ ਦੀ ਹੀ ਵਿਚਾਰ। ਉਹਨੂੰ ਪਾਉਣਾ ਕਿਸ ਤਰ੍ਹਾਂ, ਉਹ ਕਿਸ ਤਰ੍ਹਾਂ ਦਾ ਹੈ, ਉਹਦਾ ਸੁਭਾਅ ਕਿਸ ਤਰ੍ਹਾਂ ਦਾ ਹੈ, ਉੱਥੋਂ ਤੱਕ ਕਿਸ ਤਰ੍ਹਾਂ ਪਹੁੰਚਿਆ ਜਾਵੇ, ਇਹ ਸਾਰਾ ਐਡਰੈਸ ਫਾਰਮੂਲਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ। ਇਸ ਲਈ ਜਦੋਂ ਬਾਣੀ ਪੜ੍ਹੀਏ, ਬਾਣੀ ਇਸ ਢੰਗ ਨਾਲ ਪੜ੍ਹੀਏ ਕਿ ਇਹਦੇ ਵਿੱਚੋਂ ਹੀਰਾ ਮੋਤੀ ਅਸੀਂ ਚੁਗਣਾ ਹੈ। ਸਾਹਿਬ ਨੇ ਆਖਿਆ ਨਾ, ਹੰਸਾ ਹੀਰਾ ਮੋਤੀ ਚੁਗਣਾ। ਹੰਸ ਬਣ ਕੇ ਤੇ ਬਾਣੀ ਨੂੰ ਪੜ੍ਹੀਏ, ਬਾਣੀ ਨੂੰ ਪੜ੍ਹ ਕੇ ਇਹਦੇ ਵਿੱਚੋਂ ਚੁਗੀਏ ਹੀਰੇ, ਇਹਦੇ ਵਿੱਚ ਚੁਗੀਏ ਮੋਤੀ। ਮੋਤੀ ਤੇ ਹੀਰਾ ਕੀ ਹੈ? ਮੋਤੀ ਤੇ ਹੀਰਾ ਹੈ ਇੱਕ ਓੰਕਾਰ ਤੇ ਉਹਦੇ ਗੁਣ। ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਹੈ ਹੀਰੇ ਮੋਤੀ। ਜਦੋਂ ਅਸੀਂ ਇਸ ਸੱਚ ਨੂੰ ਪਹਿਚਾਣ ਲਵਾਂਗੇ, ਉਦੋਂ ਇਸ ਵੱਟੀ ਨੂੰ ਕੀ ਲੱਗ ਜਾਵੇਗੀ? ਅੱਗ। ਫਿਰ ਪੜ੍ਹੀਏ ਸ਼ਲੋਕ, ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ। ਜਦੋਂ ਅਸੀਂ ਓੰਕਾਰ ਦੀ ਪਹਿਚਾਣ ਕਰ ਲਈ, ਜਦੋਂ ਵਾਹਿਗੁਰੂ ਮੰਤਰ ਦੀ ਪਹਿਚਾਣ ਹੋ ਗਈ, ਤੇ ਇਸ ਵੱਟੀ ਨੂੰ ਲੱਗ ਜਾਵੇਗੀ ਅੱਗ। ਫਿਰ ਦੀਵੇ ਦੇ ਵਿੱਚ ਚਾਨਣ ਹੋਵੇਗਾ। ਸੱਚ ਬੂਝਣ ਆਣ ਜਲਾਈਐ। ਇਹ ਤੇਲ ਦੀਵਾ ਇਉਂ ਜਲੈ, ਇਸ ਢੰਗ ਨਾਲ ਇਹ ਦੀਵਾ ਬਲੇਗਾ, ਕਦੇ ਬੁਝੇਗਾ ਨਹੀਂ। ਜਦੋਂ ਦੀਵਾ ਬਲ ਗਿਆ ਤੇ ਫਿਰ ਕੀ ਹੋਵੇਗਾ? ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤੋ ਮਿਲੈ। ਫਿਰ ਤੁਹਾਨੂੰ ਉਸ ਪਰਮੇਸ਼ਰ ਤੇ ਬ੍ਰਹਮ ਦੀ ਪ੍ਰਾਪਤੀ ਹੋ ਜਾਵੇਗੀ। ਇਸ ਲਈ ਇੱਕ ਮਾਤਰ ਸਾਧਨ ਹੈ ਪਰਮੇਸ਼ਰ ਨੂੰ ਮਿਲਣ ਦਾ। ਉਹ ਸਾਧਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਮਹਾਰਾਜ। ਸਿਰਫ ਇਸ ਬਾਣੀ ਨੇ ਹੀ ਤੁਹਾਨੂੰ ਉਸ ਬ੍ਰਹਮ ਪਰਮੇਸ਼ਰ ਨਾਲ ਮਿਲਾਉਣਾ ਹੈ। ਹੋਰ ਕਿਸੇ ਦੇ ਵਿੱਚ ਇੰਨੀ ਤਾਕਤ, ਇੰਨੀ ਸਮਰੱਥਾ ਨਹੀਂ, ਤੇ ਕਿਸੇ ਤੇ ਭਰੋਸਾ ਵੀ ਨਹੀਂ ਕੀਤਾ ਜਾ ਸਕਦਾ। ਇਸ ਲਈ ਬਾਣੀ ਦੇ ਉੱਪਰ ਅਸੀਂ ਅੱਖਾਂ ਬੰਨ੍ਹ ਕੇ ਭਰੋਸਾ ਕਰ ਸਕਦੇ ਹਾਂ, ਕਿਉਂਕਿ ਇਹਦੇ ਵਿੱਚ ਕੋਈ ਦੋਸ਼ ਹੀ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਦੇ ਵਿੱਚ ਨਾ ਕੋਈ ਕਾਮ ਹੈ, ਨਾ ਇਹਦੇ ਵਿੱਚ ਕੋਈ ਕ੍ਰੋਧ ਹੈ, ਨਾ ਇਹਨੇ ਲੋਭ ਕਰਨਾ ਹੈ, ਨਾ ਇਹਦੇ ਵਿੱਚ ਮੋਹ ਮਮਤਾ, ਨਾ ਇਹਦੇ ਵਿੱਚ ਹੰਕਾਰ ਹੈ। ਇਹ ਵਿਕਾਰਾਂ ਤੋਂ ਬਾਣੀ ਇੱਕਦਮ ਮੁਕਤ ਹੈ। ਜਿਸ ਤਰ੍ਹਾਂ ਦਾ ਸੁਭਾਅ ਆਦਿ ਪਰਮੇਸ਼ਰ ਦਾ ਹੈ, ਉਸੇ ਤਰ੍ਹਾਂ ਦਾ ਸੁਭਾਅ ਸ੍ਰੀ ਗੁਰੂ ਨਾਨਕ ਸਾਹਿਬ ਦੇ ਪਾਵਨ ਉਪਦੇਸ਼ ਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁਭਾਅ ਵੀ ਉਸੇ ਤਰ੍ਹਾਂ ਦਾ ਹੀ ਹੈ। ਜਿਸ ਤਰ੍ਹਾਂ ਪਰਮੇਸ਼ਰ ਨੂੰ ਲੋਕ ਉਲਾਮੇ ਦਿੰਦੇ ਹਨ, ਗਾਲੀ ਗਲੋਚ ਵੀ ਕਰਦੇ ਹਨ, ਕਦੇ ਪਰਮੇਸ਼ਰ ਨੇ ਕਿਸੇ ਕੋਲੋਂ ਬਦਲਾ ਲਿਆ? ਪਰਮੇਸ਼ਰ ਕਦੇ ਵੀ ਕਿਸੇ ਕੋਲੋਂ ਬਦਲਾ ਨਹੀਂ ਲੈਂਦਾ। ਇਸੇ ਤਰ੍ਹਾਂ ਆਪਾਂ ਵੇਖਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੋਕ ਕਿੰਨੀ ਨਿੰਦਿਆ ਕਰਦੇ ਹਨ। ਕੋਈ ਆਖਦਾ ਗ੍ਰੰਥ ਵੀ ਗੁਰੂ ਹੋ ਸਕਦਾ, ਨਹੀਂ ਗ੍ਰੰਥ ਨਹੀਂ ਗੁਰੂ ਹੋ ਸਕਦਾ। ਕਿਸੇ ਨੇ ਆਖਿਆ ਇਹਨੂੰ ਪਾੜ ਦਿਓ, ਇਹਨੂੰ ਅੱਗ ਲਾ ਦਿਓ, ਫਿਰ ਵੀ ਇਹਦਾ ਸੁਭਾਅ ਹੈ ਦਇਆ ਵਾਲਾ, ਫਿਰ ਵੀ ਆਖਦਾ ਹੈ ਨਹੀਂ ਇਹਦਾ ਭਲਾ ਹੀ ਕਰਨਾ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਇਹਨੂੰ ਗੁੱਸਾ ਨਹੀਂ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ। ਇਸ ਲਈ ਧੰਨ ਗੁਰੂ ਪਿਤਾ ਜੀ ਆਖਦੇ ਹਨ, ਦੀਵਾਲੀ ਵਾਲੇ ਦਿਨ ਜੋ ਆਪਾਂ ਦੀਵੇ ਬਾਲਦੇ ਆ ਨਾ, ਇਹ ਦੀਵਾ ਤੇ ਭਾਈ ਪ੍ਰਭਾਤ ਚੜ੍ਹਦਿਆਂ ਸਾਰ ਬੁਝ ਜਾਵੇਗਾ, ਪਰ ਇੱਕ ਦੀਵਾ ਸਾਡੇ ਅੰਦਰ ਬਲਦਾ ਹੈ। ਜੇ ਅਸੀਂ ਉਸ ਦੀਵੇ ਨੂੰ ਬਾਲ ਲਈਏ ਤੇ ਉਸ ਦੀਵੇ ਨੂੰ ਬਾਲਦਿਆਂ ਸਾਰ ਸਾਨੂੰ ਆਪਣੇ ਅੰਦਰੋਂ ਉਹ ਆਨੰਦ, ਉਹ ਸੁੱਖ ਮਿਲੇਗਾ ਜੋ ਸੁੱਖ ਅਸੀਂ ਪਾਉਣਾ ਚਾਹੁੰਦੇ ਹਾਂ। ਬਾਹਰ ਦੇ ਜਿਹੜੇ ਦੀਵੇ ਆਪਾਂ ਦੀਵਾਲੀ ਵਾਲੇ ਦਿਨ ਜਾਂ ਉਂਝ ਵੀ ਕਦੋਂ ਵੀ ਆਪਾਂ ਬਾਲਦੇ ਹਾਂ, ਇਹਦੀ ਹੱਦ ਹੈ। ਇਹ ਸਮੇਂ ਦੇ ਵਿੱਚ ਹਨ, ਸਮਾਂ ਪਾ ਕੇ ਇਹ ਬੁਝ ਜਾਣਗੇ। ਭਾਈ ਸਾਹਿਬ ਨੇ ਆਖਿਆ ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਜਿਹੜਾ ਬਾਹਰ ਦੀਵਾ ਬਾਲਿਆ ਉਹ ਦੀਵਾ ਬੁਝ ਜਾਵੇਗਾ। ਜੇ ਦੀਵਾ ਬਾਲਣਾ ਹੈ ਤੇ ਆਪਣੇ ਅੰਦਰ ਦਾ ਬਾਲ, ਉਹ ਦੀਵਾ ਕਿਸ ਤਰ੍ਹਾਂ ਬਲੇ? ਭਾਈ ਸਾਹਿਬ ਨੇ ਇਹਦਾ ਪੂਰਨ ਤੌਰ 'ਤੇ ਖੁਲਾਸਾ ਕੀਤਾ। ਭਾਈ ਸਾਹਿਬ ਦਾ ਪੂਰਾ ਆਪਾਂ ਇਹ ਬਚਨ ਪੜ੍ਹੀਏ। ਭਾਈ ਸਾਹਿਬ ਨੇ ਆਖਿਆ ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਦੀਵਾਲੀ ਵਾਲੇ ਦਿਨ ਜਿਹੜਾ ਦੀਵਾ ਬਾਲਿਆ ਉਹ ਸਮਾਂ ਪਾ ਕੇ ਬੁਝ ਜਾਵੇਗਾ। ਜਿਸ ਤਰ੍ਹਾਂ ਤਾਰੀ ਜਾਤ ਸਨਾਤ ਅੰਬਰ ਭਾਲੀਆਂ, ਜਿਸ ਤਰ੍ਹਾਂ ਰਾਤ ਨੂੰ ਅਸਮਾਨ ਵਿੱਚ ਤਾਰੇ ਚੜ੍ਹੇ, ਜਦੋਂ ਦਿਨ ਚੜ੍ਹਿਆ ਤਾਰੇ ਅਲੋਪ ਹੋ ਗਏ। ਹਾਂਜੀ, ਫਿਰ ਅਗਲੇ ਬਚਨ ਵਿੱਚ ਆਖਿਆ ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ। ਜਿਹੜਾ ਫੁੱਲ ਟਾਹਣੀ ਨੂੰ ਲੱਗਾ ਏ ਉਹ ਸਮਾਂ ਪਾ ਕੇ ਟੁੱਟ ਜਾਵੇਗਾ। ਜਦੋਂ ਉਹ ਫੁੱਲ ਟੁੱਟ ਗਿਆ ਤੇ ਉਹ ਫਿਰ ਸੁੰਗੜ ਜਾਵੇਗਾ। ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸਜਾਵਟ, ਕੋਈ ਉਹਦੇ ਵਿੱਚ ਖੁਸ਼ਬੂ ਨਹੀਂ ਰਹਿ ਜਾਵੇਗੀ। ਫਿਰ ਭਾਈ ਸਾਹਿਬ ਨੇ ਆਖਿਆ ਤੀਰਥ ਜਾਤੀ ਜਾਤ ਨੈਣ ਨਿਹਾਲੀਆਂ। ਆਪਾਂ ਵੇਖਦੇ ਹਾਂ ਕਿ ਸਾਡਾ ਜਿਹੜਾ ਸਰੀਰ ਹੈ ਇਹ ਵੀ ਯਾਤਰਾ 'ਤੇ ਨਿਕਲਿਆ ਹੈ, ਇਹ ਵੀ ਯਾਤਰਾ ਦੇ ਵਿੱਚ ਹੀ ਹੈ। ਤੇ ਆਪਾਂ ਵੇਖਦੇ ਹਾਂ ਜਿਹੜਾ ਵੀ ਸਰੀਰ ਇੱਥੇ ਆਇਆ ਹੈ ਉਹਨੂੰ ਆਪਣੀ ਜੀਵਨ ਯਾਤਰਾ ਖਤਮ ਕਰਕੇ ਤੇ ਸੰਸਾਰ ਤੋਂ ਇੱਕ ਦਿਨ ਜਾਣਾ ਪੈਂਦਾ ਹੈ। ਫਿਰ ਉਦਾਹਰਨ ਦਿੱਤੀ ਹੈ ਹਰ ਚੰਦੋਰੀ ਝਾਤ ਵਸਾਏ ਉਚਾਲੀਆਂ। ਹਰ ਚੰਦੋਰੀ ਆਖਦੇ ਹਨ ਸੁਪਨੇ ਨੂੰ। ਸੁਪਨੇ ਦੇ ਵਿੱਚ ਆਪਾਂ ਅਮੀਰ ਹੋ ਗਏ, ਸੁਪਨੇ ਵਿੱਚ ਰਾਜੇ ਬਣ ਗਏ। ਕੋਈ ਸੁਪਨੇ ਵਿੱਚ ਕੰਗਾਲ ਹੋ ਗਿਆ, ਬੜਾ ਡਰ ਲੱਗਾ, ਬੜਾ ਆਨੰਦ ਬਣਿਆ। ਜੇ ਰਾਜੇ ਬਣੇ ਤੇ ਆਨੰਦ ਬਣਿਆ, ਜੇ ਕੰਗਾਲ ਹੋ ਗਏ ਫਿਰ ਦੁੱਖ ਮਨਾਇਆ, ਗਮੀ ਮਨਾਈ। ਪਰ ਜਦੋਂ ਖੁੱਲੀ ਅੱਖ ਫਿਰ ਪਤਾ ਲੱਗਾ ਇਹ ਤੇ ਸੁਪਨਾ ਸੀ, ਇਹ ਤੇ ਹਰ ਚੰਦੋਰੀ ਸੀ। ਇਸ ਲਈ ਭਾਈ ਸਾਹਿਬ ਨੇ ਆਖਿਆ ਹਰ ਚੰਦੋਰੀ ਝਾਤ। ਜਦੋਂ ਆਪਾਂ ਸੁਪਨੇ ਵਿੱਚ ਝਾਤੀ ਮਾਰੀ ਤੇ ਬੜਾ ਕੁਝ ਆਪਾਂ ਵੇਖਿਆ। ਜਦੋਂ ਅੱਖ ਖੁੱਲੀ
ਤੇ ਸੁਪਨਾ ਅਲੋਪ ਹੋ ਗਿਆ, ਸਾਰੇ ਸੁੱਖ ਦੁੱਖ ਅਲੋਪ ਹੋ ਗਏ। ਹਰ ਚੰਦੋਰੀ ਝਾਤ ਵਸਾਏ ਉਚਾਲੀਅਨ। ਇਸ ਲਈ ਇਹਨਾਂ ਪੰਕਤੀਆਂ ਤੋਂ ਸਿੱਧ ਹੋ ਗਿਆ ਕਿ ਤੁਹਾਨੂੰ ਸੰਸਾਰ ਵਿੱਚੋਂ ਸੁੱਖ ਨਹੀਂ ਮਿਲੇਗਾ। ਇੱਥੇ ਕੋਈ ਵੀ ਚੀਜ਼ ਪੱਕੀ ਰਹਿਣ ਵਾਲੀ ਨਹੀਂ। ਜੇ ਤੁਸੀਂ ਸੱਚਮੁੱਚ ਹੀ ਉਸ ਪਰਮੇਸ਼ਰ ਨੂੰ ਪਾਉਣਾ ਚਾਹੁੰਦੇ ਹੋ, ਸੱਚਮੁੱਚ ਪੱਕਾ ਸੁੱਖ ਲੈਣਾ ਚਾਹੁੰਦੇ ਹੋ, ਜੇ ਸੁੱਖਾਂ ਦਾ ਫਲ ਤੁਸੀਂ ਪਾਉਣਾ ਚਾਹੁੰਦੇ ਹੋ, ਫਿਰ ਗੁਰਮੁਖ ਕੀ ਕਰਦੇ ਹਨ? ਗੁਰਮੁਖ ਸੁੱਖ ਫਲ ਦਾਤ। ਗੁਰਮੁਖ ਸੁੱਖਾਂ ਦਾ ਫਲ ਕਿਹੜੇ ਢੰਗ ਨਾਲ ਪਾਉਂਦੇ ਹਨ? ਫਿਰ ਆਖਿਆ ਸ਼ਬਦ ਸੰਭਾਲੀਅਨ। ਗੁਰਮੁਖ ਸ਼ਬਦ ਦੀ ਸੰਭਾਲ ਕਰਦੇ ਹਨ। ਹੁਣ ਆਪਾਂ ਇਹ ਨਹੀਂ ਸਮਝਣਾ ਕਿ ਦੀਵਾ ਨਹੀਂ ਬਾਲਣਾ ਦੀਵਾਲੀ ਵਾਲੀ ਰਾਤ, ਦੀਵਾ ਬਾਲੀਦਾ ਏ। ਪੁਰਾਤਨ ਮਰਿਆਦਾ ਹੈ, ਗੁਰੂ ਘਰ ਵਿੱਚ ਦੇਸੀ ਘਿਓ ਦੇ ਦੀਵੇ ਬਾਲੇ ਗਏ, ਦੀਪਮਾਲਾ ਕੀਤੀ ਗਈ। ਪਰ ਆਪਾਂ ਇਸ ਦੀਵੇ ਤੋਂ ਸੇਧ ਲਈਏ ਕਿ ਦੀਵਾ ਬਾਲਦਿਆਂ ਸਾਰ ਹਨੇਰਾ ਦੂਰ ਹੋ ਗਿਆ ਤੇ ਆਪਾਂ ਅੰਦਰ ਦਾ ਵੀ ਦੀਵਾ ਬਾਲਣਾ। ਅਖੰਡ ਪਾਠ ਸਾਹਿਬ ਵਾਲੇ ਦਿਨ ਘਰ ਵਿੱਚ ਆਪਾਂ ਦੀਵਾ ਤੇ ਬਾਲਿਆ ਦੇਸੀ ਘਿਓ ਦਾ, ਉਹ 3 ਦਿਨ ਬਲੇਗਾ ਜਾਂ 4 ਦਿਨ ਬਲ ਜਾਵੇਗਾ, ਅਖੀਰ ਤੇ ਬੁਝ ਹੀ ਜਾਵੇਗਾ ਨਾ। ਉਹ ਜੋਤ ਸਦਾ ਵਾਸਤੇ ਨਹੀਂ ਜਗਦੀ ਰਹੇਗੀ। ਅਸੀਂ ਆਖਦੇ ਹਾਂ 1 ਮਿੰਟ ਵੀ ਜੋਤ ਬੁਝਣ ਨਹੀਂ ਦੇਣੀ। ਜੇ ਉਹ ਬੁਝ ਵੀ ਜਾਵੇਗੀ ਕੁਝ ਨੁਕਸਾਨ ਨਹੀਂ ਹੈ, ਉਹ ਸਮਾਂ ਪਾ ਕੇ ਨਾਲੇ ਬੁਝਣੀ ਹੈ। ਤੇ ਜੇ ਜੋਤ ਬਾਲਣੀ ਹੈ ਤੇ ਆਪਣੇ ਅੰਦਰ ਦੀ ਜੋਤ ਬਾਲੋ, ਉਸ ਦੀਵੇ ਨੂੰ ਬਾਲੋ ਜਿਸ ਦੀਵੇ ਨੂੰ ਬਾਲਦਿਆਂ ਸਾਰ ਅੰਦਰੋਂ ਸੁੱਖ ਅਤੇ ਆਨੰਦ ਰੂਪੀ ਫਲ ਮਿਲਦਾ ਹੈ। ਉਹ ਦੀਵਾ ਕਿਸ ਤਰ੍ਹਾਂ ਬਾਲੇ? ਗੁਰਮੁਖ ਸੁੱਖ ਫਲ ਦਾਤ ਸ਼ਬਦ ਸੰਭਾਲੀਅਨ। ਜੇ ਅਸੀਂ ਬਾਣੀ ਦੀ ਸੰਭਾਲ, ਨਿਤਨੇਮ ਦੀ ਸੰਭਾਲ ਕਰੀਏ, ਜੇ ਅਸੀਂ ਮੂਲ ਮੰਤਰ ਦੀ ਸੰਭਾਲ ਤੇ ਵਾਹਿਗੁਰੂ ਮੰਤਰ ਦੀ ਸੰਭਾਲ ਕਰੀਏ, ਸਾਹਿਬ ਨੇ ਬਾਣੀ ਵਿੱਚ ਆਖਿਆ ਸਭ ਤੋਂ ਵੱਧ ਮੂਲ ਮੰਤਰ ਜਪੋ, ਸਭ ਤੋਂ ਵੱਧ ਇੱਕ ਓੰਕਾਰ ਤੇ ਓੰਕਾਰ ਦੇ ਗੁਣਾਂ ਨੂੰ ਜਪੋ। ਜਦੋਂ ਅਸੀਂ ਉੱਠਦਿਆਂ ਬੈਠਦਿਆਂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਜਦੋਂ ਅਸੀਂ ਇੱਕ ਓੰਕਾਰ ਤੇ ਉਹਦੇ ਗੁਣਾਂ ਨੂੰ ਜਪਾਂਗੇ, ਇਹਨੂੰ ਆਖਦੇ ਹਨ ਸ਼ਬਦ ਦੀ ਸੰਭਾਲ ਕਰਨੀ। ਜਦੋਂ ਓੰਕਾਰ ਸ਼ਬਦ ਦੀ ਅਸੀਂ ਸੰਭਾਲ ਕਰਾਂਗੇ ਤੇ ਅੰਦਰ ਦਾ ਦੀਵਾ ਜਗੇਗਾ, ਜੋ ਸਦਾ ਜਗਦਾ ਹੈ, ਕਦੇ ਬੁਝੇਗਾ ਨਹੀਂ।